ਹਸਤ ਖੇਲਤ ਤੇਰੇ ਦੇਹੁਰੇ ਆਇਆ। ਅੱਗੋਂ ਆਪਾਂ ਵਿਚਾਰ ਕਰ ਰਹੇ ਹਾਂ ਜੋ ਮੇਰੀ ਬੁੱਕ ਛਪੀ ਹੋਈ ਹੈ ਬੜੇ ਲੰਮੇ ਸਮੇਂ ਤੋਂ ਪਾਠਕਾਂ ਦੇ ਵਿੱਚ ਬਹੁਤ ਦੇਰ ਤੋਂ ਮਨੋਰੰਜਨ ਕਰ ਰਹੀ ਹੈ ਅਤੇ ਸਿੱਖਿਆਵਾਂ ਦੇ ਰਹੀ ਹੈ। ਅਗਲਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਕਿਤਾਬੀ ਪੜ੍ਹਾਈ ਵੱਲੋਂ ਭਾਵੇਂ ਅਨਪੜ੍ਹ ਆਖਿਆ ਜਾਂਦਾ ਹੈ ਪਰ ਗਿਆਨ ਅਤੇ ਸੂਰਮਗਤੀ ਵਿੱਚ ਬੇਜੋੜ ਸੀ। ਅੱਜ ਭਾਵੇਂ ਅਸੀਂ ਉਹਨਾਂ ਦੀਆਂ ਬਹੁਤ ਕਮਜ਼ੋਰੀਆਂ ਦੱਸਦੇ ਰਹਿੰਦੇ ਹਾਂ ਪਰ ਦੂਜਾ ਪੱਖ ਧਿਆਨ ਦੇਣ ਯੋਗ ਇਹ ਹੈ ਕਿ ਵਿਖੜੇ ਹਾਲਾਤ ਵਿੱਚ ਸਿੱਖਾਂ ਦੇ ਵੱਡੇ ਸਮੂਹ ਨੂੰ ਇਕੱਠਾ ਕਰਨ ਵਿੱਚ ਰਣਜੀਤ ਸਿੰਘ ਹੀ ਕਾਮਯਾਬ ਹੋ ਸਕਿਆ ਹੈ। ਬਾਕੀ ਸਾਰੀਆਂ ਮਿਸਲਾਂ ਖਿਲਰੀਆਂ ਹੋਈਆਂ ਸੀ। ਕੋਈ ਹੋਰ ਲੀਡਰ ਅਜਿਹਾ ਪੈਦਾ ਨਹੀਂ ਹੋ ਸਕਿਆ ਜਿਹੜਾ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠੇ ਕਰ ਸਕੇ। ਕਿਤੇ ਪਿਆਰ ਨਾਲ ਕਿਤੇ ਸਖਤੀ ਨਾਲ ਸਾਰਿਆਂ ਨੂੰ ਆਪਣੇ ਨਾਲ ਰਣਜੀਤ ਸਿੰਘ ਨੇ ਜੋੜ ਲਿਆ। ਇੱਕ ਵਿਸ਼ਾਲ ਦੇਸ਼ ਦਾ ਬਾਦਸ਼ਾਹ ਬਣ ਗਿਆ। ਉਜੜੇ ਉਖੜੇ ਮੁਸੀਬਤਾਂ ਵਿੱਚ ਝੱਲਦੇ ਜ਼ਮੀਨਾਂ ਵਾਲੇ, ਘਰਾਂ ਵਾਲੇ, ਪੈਸੇ ਵਾਲੇ, ਇੱਜ਼ਤਾਂ ਵਾਲੇ, ਬਹਾਦਰੀ ਵਾਲੇ, ਸਤਿਕਾਰਯੋਗ ਸਿੱਖਾਂ ਨੂੰ ਸਰਦਾਰ ਬਣਾ ਦਿੱਤਾ। ਇਹ ਰਣਜੀਤ ਸਿੰਘ ਦੀ ਲਾਮਿਸਾਲ ਸਿਆਣਪ ਹੈ। ਹਿੰਦੂ ਤੇ ਮੁਸਲਮਾਨ ਸਿੱਖਾਂ ਦੇ ਸੇਵਕ ਬਣ ਗਏ। ਦਿੱਲੀ ਤੋਂ ਲੈ ਕੇ ਕਾਬਲ ਤੱਕ ਸਿੱਖਾਂ ਦੀ ਬਹਾਦਰੀ ਦੀਆਂ, ਸਿਆਣਪ ਦੀਆਂ ਧੁੰਮਾਂ ਪੈ ਗਈਆਂ। ਵੇਲ ਦੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੇਮਾ ਥਕੇਮਾ ਲਾਉਣ ਲਈ ਜਿੱਥੇ ਸਵੇਰ ਵੇਲੇ ਗੁਰਬਾਣੀ ਪਾਠ ਜ਼ਰੂਰ ਸੁਣਦਾ ਸੀ, ਦਿਨੇ ਨਕਲਚੀ ਕਵੀ ਮਿਰਾਸੀ ਆਦਿ ਸੱਦ ਕੇ ਉਹਨਾਂ ਤੋਂ ਕਦੀ ਕਦਾਈ ਹਲਕੀਆਂ ਫੁਲਕੀਆਂ ਮਾਹੌਲ ਨੂੰ ਰੰਗੀਨ ਬਣਾਉਣ ਵਾਲੀਆਂ ਛੁਰਲੀਆਂ ਆਪੀ ਸੁਣ ਲੈਂਦਾ ਸੀ ਤੇ ਥਕੇਮਾ ਅਕੇਮਾ ਲਾ ਲੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਕੁਰਸੀ 'ਤੇ ਬੈਠਾ ਸੀ। ਦੁਆਲੇ ਹੋਰ ਅਫਸਰ ਬੈਠੇ ਸਨ। ਮਰਾਸੀਆਂ ਦਾ ਇੱਕ ਜਥਾ ਬੁਲਾਇਆ ਹੋਇਆ ਸੀ। ਉਸ ਨੂੰ ਆਪਣਾ ਰੰਗ ਬੰਨ੍ਹਣ ਲਈ ਇਜਾਜ਼ਤ ਦੇ ਦਿੱਤੀ। ਮਰਾਸੀ ਬੜੇ ਚਤਰ ਹੁੰਦੇ ਹਨ, ਗੱਲਾਂ ਬਾਤਾਂ ਦਾ ਹੀ ਖੱਟਿਆ ਖਾਂਦੇ ਹਨ। ਮਰਾਸੀਆਂ ਨੇ ਕਾਫੀ ਸਾਰੇ ਚੁਟਕਲੇ ਕਵਿਤਾਵਾਂ ਆਦਿ ਸੁਣਾਈਆਂ। ਮਹਾਰਾਜਾ ਰਣਜੀਤ ਸਿੰਘ ਰੁਪਇਆ 2 ਰੁਪਏ ਦੇ ਦਿਆ ਕਰੇ। ਇਸ ਰਕਮ ਨਾਲ ਮਰਾਸੀ ਦੀ ਤਸੱਲੀ ਨਾ ਹੋਈ। ਉਹ ਚਾਹੁੰਦਾ ਸੀ ਮਹਾਰਾਜੇ ਦੇ ਦਰਬਾਰ ਵਿੱਚੋਂ ਕੋਈ ਵੱਡੀ ਰਕਮ ਮਿਲੇ। ਜਾਂਦੀ ਵਾਰੀ ਮਰਾਸੀ ਆਖਣ ਲੱਗਾ, ਮਹਾਰਾਜਾ ਸਾਹਿਬ, ਮੈਨੂੰ ਰਾਤੀ ਸੁਪਨੇ ਵਿੱਚ ਵੱਡੀ ਸਰਕਾਰ ਯਾਨੀ ਕਿ ਗੁਰੂ ਨਾਨਕ ਸਾਹਿਬ ਮਿਲਿਆ ਸੀ। ਮੈਨੂੰ ਦਰਸ਼ਨ ਦਿੱਤੇ ਸਨ। ਉਹਨਾਂ ਨੇ ਮੈਨੂੰ ਆਖਿਆ ਸੀ, ਮੇਰਾ ਪਿਆਰਾ ਸੇਵਕ ਰਣਜੀਤ ਸਿੰਘ ਤੈਨੂੰ 500 ਰੁਪਏ ਨਗਦ ਦੇਵੇਗਾ, ਲੈ ਲਵੀਂ, ਇਨਕਾਰ ਨਾ ਕਰੀ। ਮਹਾਰਾਜਾ ਰਣਜੀਤ ਸਿੰਘ ਬੋਲਿਆ, ਮਰਾਸੀਆ, ਮੈਨੂੰ ਵੀ ਸੁਪਨੇ ਵਿੱਚ ਵੱਡੀ ਸਰਕਾਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ। ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਸੀ। ਉਹਨਾਂ ਨੇ ਮੈਨੂੰ ਅਸ਼ੀਰਵਾਦ ਵੀ ਦਿੱਤਾ ਸੀ। ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਤੇਰੇ ਕੋਲ ਇੱਕ ਮਲੰਗ ਜਿਹਾ ਮਰਾਸੀ ਆਵੇਗਾ। ਜੇ ਉਹ ਪੈਸੇ ਵਗੈਰਾ ਮੰਗੇ ਤਾਂ ਉਸਦੇ ਖੂਬ ਜੁੱਤੀਆਂ ਲਾਈ। ਬਹੁਤ ਮੁਖਤਖੋਰਾ ਜਿਹਾ ਹੈ। ਲੈ ਮਰਾਸੀਆ, ਆਪਣੇ ਮਨ ਨੂੰ ਕਰ ਲੈ ਕਰੜਾ। ਅੱਜ ਵੱਡੀ ਸਰਕਾਰ ਦੇ ਆਖੇ ਤੋਂ ਜੁੱਤੀਆਂ ਤਾਂ ਮਾਰਨੀਆਂ ਹੀ ਪੈਣਗੀਆਂ। ਮਰਾਸੀ ਬੜੇ ਠਰਮੇ ਨਾਲ ਬੋਲਿਆ, ਮਹਾਰਾਜ ਖਿਮਾ ਕਰਨਾ, ਵੱਡੀ ਸਰਕਾਰ ਤਾਂ ਮੈਂ ਸੁਣਿਆ ਸੀ ਗਰੀਬਾਂ ਦੀ ਹਮਾਇਤੀ ਰਹੀ ਹੈ, ਰਾਜਿਆਂ ਰਾਣਿਆਂ ਨੂੰ ਲਾਹਨਤ ਪਾਉਂਦੀ ਰਹੀ ਹੈ। ਇਹ ਕਿਵੇਂ ਹੋ ਗਿਆ ਕਿ ਵੱਡੀ ਸਰਕਾਰ ਦੂਰੀ ਨੀਤੀ ਅਪਣਾਉਣ ਲੱਗ ਪਈ? ਮੈਨੂੰ ਕੁਝ ਹੋਰ ਕਹਿ ਦਿੱਤਾ, ਤੁਹਾਨੂੰ ਕੁਝ ਹੋਰ ਕਹਿ ਦਿੱਤਾ। ਇਹ ਚਲਾਕੀਆਂ ਤੇ ਸ਼ਰਾਰਤਾਂ ਵੱਡੀ ਸਰਕਾਰ ਕਦੀ ਨਹੀਂ ਕਰ ਸਕਦੀ। ਮਹਾਰਾਜਾ ਰਣਜੀਤ ਸਿੰਘ ਮਰਾਸੀ ਦੀ ਹਾਜ਼ਰ ਜਵਾਬੀ ਤੇ ਬਹੁਤ ਖੁਸ਼ ਹੋਇਆ, ਖੂਬ ਹੱਸਿਆ। ਸਾਰਿਆਂ ਦੇ ਵਿੱਚ ਇੱਕ ਸੁਖਮਈ ਮਾਹੌਲ ਬਣ ਗਿਆ। ਫਿਰ ਮਰਾਸੀ ਨੂੰ ਚੰਗੀ ਚੋਖੀ ਮਾਇਆ ਦੇ ਕੇ ਉਥੋਂ ਵਿਦਾ ਕੀਤਾ। ਆਖੋ ਸਤਨਾਮ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਦਿਨ ਸੇਵਾ ਲਈ ਮਰਾਸੀ ਮਹਿਲ ਵਿੱਚ ਪਹੁੰਚ ਗਿਆ। 2-3 ਘੰਟੇ ਮਰਾਸੀ ਮਹਾਰਾਜੇ ਦੀ ਮਾਲਿਸ਼ ਕਰਦਾ ਰਿਹਾ, ਨਵੇਂ-ਨਵੇਂ ਚੁਟਕਲੇ ਸੁਣਾਉਂਦਾ ਰਿਹਾ। ਸਭ ਤੋਂ ਜ਼ਿਆਦਾ ਮਹਾਰਾਜੇ ਦੀ ਲੰਮੀ ਦਾੜੀ ਦੀ ਤਾਰੀਫ ਕਰਨ ਤੋਂ ਤਾਂ ਰਿਕਾਰਡ ਹੀ ਤੋੜ ਦਿੱਤੇ। ਜਿੰਨੀ ਵਡਿਆਈ ਕਰਕੇ ਮਰਾਸੀ ਨੂੰ ਮਹਿਸੂਸ ਹੁੰਦਾ ਕਿ ਮਹਾਰਾਜਾ ਬਹੁਤ ਇਨਾਮ ਦੇਵੇਗਾ। ਮਹਾਰਾਜਾ ਵੀ ਕਿਹੜਾ ਘੱਟ ਸੀ। ਵੈਸੇ ਤਾਂ ਉਹ ਬਚਪਨ ਤੋਂ ਹੀ ਤੇਜ਼ ਤਰਾਰ ਸੀ, ਪਰ ਮਹਾਰਾਜਾ ਬਣਨ ਤੋਂ ਮਗਰੋਂ ਤਾਂ ਬੇਅੰਤ ਤਰ੍ਹਾਂ ਦੇ ਲੋਕਾਂ ਨਾਲ ਹਰ ਰੋਜ਼ ਵਾਹ ਵਾਸਤਾ ਪੈਂਦਾ ਸੀ। ਨਿੱਤ ਨਵੀਆਂ ਗੱਲਾਂ ਅਤੇ ਤਜਰਬੇ ਹਾਸਲ ਹੋ ਰਹੇ ਸਨ। ਮਰਾਸੀ ਉਸਦੇ ਸਾਹਮਣੇ ਕਿਹੜੇ ਬਾਗ ਦੀ ਮੂਲੀ ਸੀ। ਮਰਾਸੀ ਦੀ ਸੇਵਾ ਤੋਂ ਤਾਂ ਮਹਾਰਾਜਾ ਪੂਰੀ ਤਰ੍ਹਾਂ ਖੁਸ਼ ਸੀ, ਪਰ ਉਸ ਵੱਲੋਂ ਕੀਤੀ ਚਾਪਲੂਸੀ ਰਾਜੇ ਨੂੰ ਚੰਗੀ ਨਹੀਂ ਲੱਗਦੀ ਸੀ। ਸੇਵਾ ਦੀ ਸਮਾਪਤੀ 'ਤੇ ਮਰਾਸੀ ਨੇ ਫਿਰ ਆਖਿਆ, ਮਹਾਰਾਜਾ ਸਾਹਿਬ, ਤੁਹਾਡੀ ਹਰ ਸ਼ੈ ਲਾਜਵਾਬ ਹੈ। ਤੁਹਾਡੇ ਰਾਜ ਵਿੱਚ ਲੋਕ ਬਹੁਤ ਸੁਖੀ ਹਨ। ਹਿੰਦੂ, ਮੁਸਲਮਾਨ, ਸਿੱਖ, ਕਿਸੇ ਨੂੰ ਤੁਹਾਡੇ 'ਤੇ ਕੋਈ ਸ਼ਿਕਾਇਤ ਨਹੀਂ ਹੈ। ਫਿਰ ਤੁਹਾਡੀ ਸਾਦਗੀ, ਨਿਮਰਤਾ ਵਾਲਾ ਸੁਭਾਅ, ਕਾਹਦੀ ਤਾਰੀਫ ਕਰਾਂ। ਤੁਹਾਡੀ ਦਾੜੀ ਦਾ ਇੱਕ ਵਾਲ ਵੀ ਸੋਨੇ ਦੀਆਂ ਤਾਰਾਂ ਨੇ ਮਹਾਰਾਜ, ਸੋਨੇ ਦੀਆਂ ਤਾਰਾਂ। ਮਹਾਰਾਜਾ ਰਣਜੀਤ ਸਿੰਘ ਬੋਲਿਆ, ਮਰਾਸੀਆ, ਬਸ ਕਰ ਭਾਈ, ਬਹੁਤ ਹੋ ਗਿਆ। ਤੈਨੂੰ ਮੇਰੀ ਦਾੜੀ ਬਹੁਤ ਸੋਹਣੀ ਲੱਗਦੀ ਹੈ।
मैं इस ते हथ फेरदा हाँ। जिन्ने वाल झड़ गए तैनूं चांदी दे उतने ही रुपये दे दियांगा। वेखदा हाँ तेरी किस्मत विच की लिखिया होया है, चांदी दे रुपये ने कि सोने दीयां तारां ने। इउं कह के महाराज ने अपनी दाढ़ी ते हथ फेरिया। सिर्फ एक वाल हथ विच आया। मरासी नूं संबोधन हो के कहण लगा, आ लै चांदी दा 1 रुपया। विचारे मरासी दी तां 1 रुपया वेख के खाने गई। इन्नी सेवा तो बाद सिर्फ 1 रुपया। मरासी संभलिया ते हौसला इकट्ठा करके कहण लग्या, महाराजा साहब दाढ़ी भी तुहाडी ते हथ भी तुहाडा। दाढ़ी होवे तुहाडी ते हथ होवे मेरा, फिर वेखो किवें चांदी दे रुपइयां दी थैली भरदी है। महाराजा रणजीत सिंह उसकी हाज़र जवाबी ਅਤੇ हौसले तो बहुत खुश होया ते उसनूं चंगी मोटी रकम दे के विदा कीता। आखो सतनाम। अगे एक अगला आपां व्यंग पढ़ीए, सुणीए। श्राद्धां वाला समा चल रहा सी। ब्राह्मणां ते भाइयां दियां 5 ਉਂਗਲਾਂ घिओ खीर ਵਿੱਚ ਸਨ। एक घरों पितरां निमित्त खाना खा के निकलन, दूजे ਦੇ घर ਪੁੱਜਣ ਦਾ ਬੁਲਾਵਾ ਆ ਜਾਣਾ। ਨਾਲੇ ਰੱਜ ਰੱਜ ਕੇ ਵਧੀਆ ਖਾਣੇ ਖਾਓ ਤੇ ਨਾਲੇ ਹੀ ਦਾਨ ਦਛਣਾ ਵਿੱਚ ਧਨ ਪਦਾਰਥ ਅਤੇ ਵਸਤਰ ਆਦਿ ਘਰ ਲੈ ਜਾਓ। ਘਰ ਵਾਲਿਆਂ ਨੂੰ ਸਮਾਨ ਪਿਤਰਾਂ ਤੱਕ ਪੁੱਜ ਜਾਣ ਦੀ ਖੁਸ਼ਖਬਰੀ ਸੁਣਾਉਂਦੇ ਰਹੋ। ਇੱਕ ਪਰਿਵਾਰ ਦੇ ਸ਼ਰਧਾਵਾਨ ਜੋੜੇ ਨੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਤੇ ਸਮਝਾਇਆ, ਪੁੱਤਰ ਤੇਰੇ ਦਾਦਾ ਜੀ ਦਾ ਆਪਾਂ ਨੇ ਸਰਾਧ ਕਰਾਉਣਾ ਹੈ। ਬਾਕੀ ਸਮਾਨ ਤਾਂ ਪਹਿਲਾਂ ਹੀ ਮੈਂ ਲੈ ਆਂਦਾ। ਤੂੰ ਛੇਤੀ ਜਾ ਤੇ 5 ਸੇਰ ਜਾਣੀ ਕਿ 5 ਕਿਲੋ ਦੁੱਧ ਲਾਇਆ ਤਾਂ ਕਿ ਖੀਰ ਬਣਾਈ ਜਾ ਸਕੇ। ਨੌਜਵਾਨ ਨੇ ਪਿਤਾ ਜੀ ਨੂੰ ਦੁਬਾਰਾ ਪੁੱਛਿਆ, ਬਾਪੂ ਜੀ ਪਰ ਮੇਰੇ ਦਾਦਾ ਜੀ ਨੂੰ ਮਰਿਆਂ ਤਾਂ ਕਈ ਸਾਲ ਹੋ ਗਏ ਹਨ। ਬਾਪੂ ਨੇ ਦੱਸਿਆ, ਬੇਟਾ ਇਹ ਧਾਰਮਿਕ ਵਿਸ਼ਵਾਸ ਹੈ ਕਿ ਮਰੇ ਪ੍ਰਾਣੀ ਨਿਮਿਤ ਪੰਡਤਾਂ ਜਾਂ ਭਾਈਆਂ ਨੂੰ ਵਧੀਆ ਪਦਾਰਥ ਛਕਾਵਾਂਗੇ ਤਾਂ ਉਹ ਸਾਰੇ ਪਦਾਰਥ ਮਰੇ ਬਜ਼ੁਰਗਾਂ ਕੋਲ ਪਹੁੰਚ ਜਾਣਗੇ। ਉਹ ਖੁਸ਼ ਹੋ ਕੇ ਸਾਨੂੰ ਅਸੀਸਾਂ ਦੇਣਗੇ। ਜਾ ਬੇਟਾ ਦੇਰ ਨਾ ਕਰ। ਬੇਟਾ ਸਿਆਣਾ ਸੀ, ਚੰਗੀ ਵਿੱਦਿਆ ਹਾਸਲ ਕੀਤੀ ਹੋਈ ਸੀ। ਘਰੋਂ ਪੈਸੇ ਲਏ, ਦੁੱਧ ਪਾਉਣ ਲਈ ਡੋਲੂ ਚੁੱਕਿਆ ਤੇ ਡੈਰੀ ਵੱਲ ਚੱਲ ਪਿਆ। ਮਨ ਅੰਦਰ ਤਰਕੀਬਾਂ ਸੋਚਦਾ ਜਾ ਰਿਹਾ ਸੀ। ਟੁਰਦਾ ਟੁਰਦਾ ਡੈਰੀ ਤੇ ਪਹੁੰਚਣ ਦੀ ਥਾਂ ਹੱਡਾ ਰੂੜੀ ਤੇ ਪਹੁੰਚ ਗਿਆ। ਇੱਥੇ ਮਰੇ ਪਸ਼ੂਆਂ ਨੂੰ ਸੁੱਟਿਆ ਜਾਂਦਾ ਸੀ। ਥੋੜੀ ਵਿੱਥ ਤੇ ਜਾ ਕੇ ਬੈਠ ਗਿਆ। ਉੱਥੇ ਕੰਮ ਕਰਨ ਵਾਲੇ ਸੇਵਾਦਾਰਾਂ ਨੇ ਪੁੱਛਿਆ, ਵੀਰ ਜੀ ਇੱਥੋਂ 5 ਸੇਰ ਦੁੱਧ ਮਿਲ ਸਕਦਾ ਹੈ? ਸੇਵਾਦਾਰ ਖਿੜਖੜਾ ਕੇ ਹੱਸ ਪਿਆ, ਆਖਣ ਲੱਗਾ, ਛੋਟੇ ਵੀਰ ਤੇਰਾ ਦਿਮਾਗ ਤਾਂ ਠੀਕ ਹੈ, ਇੱਥੇ ਮਰੇ ਪਸ਼ੂ ਆਉਂਦੇ ਨੇ, ਮਰਿਆਂ ਤੋਂ ਦੁੱਧ ਕਿਵੇਂ ਮਿਲ ਸਕਦਾ ਹੈ? ਨੌਜਵਾਨ ਚੁੱਪ ਕਰਕੇ ਪਰੇ ਜਾ ਕੇ ਬੈਠ ਗਿਆ। ਕੋਲੋਂ ਦੀ ਲੰਘਦੇ ਬਜ਼ੁਰਗ ਨੇ ਪਛਾਣ ਲਿਆ, ਕਾਕਾ ਤੂੰ ਬੰਤਾ ਸਿੰਘ ਦਾ ਪੁੱਤਰ ਹੈ? ਹਾਂਜੀ ਉਹਨਾਂ ਦਾ ਹੀ ਹਾਂ। ਕਾਕਾ ਤੈਨੂੰ ਕੀ ਹੋ ਗਿਆ? ਤੂੰ ਡੈਰੀ ਵਿੱਚ ਜਾ ਜਾਂ ਕਿਸੇ ਮੱਝਾਂ ਵਾਲੇ ਘਰ ਜਾ ਜਿੱਥੋਂ ਦੁੱਧ ਮਿਲ ਸਕੇ। ਇੱਥੇ ਤਾਂ ਮੁਰਦਾ ਗਾਵਾਂ ਮੱਝਾਂ ਲਿਆਂਦੀਆਂ ਜਾਂਦੀਆਂ ਨੇ। ਬਜ਼ੁਰਗ ਹੱਸਦਾ ਹੋਇਆ ਅੱਗੇ ਲੰਘ ਗਿਆ। ਉਧਰ ਬੰਤਾ ਸਿੰਘ ਫਿਕਰਾਂ ਵਿੱਚ ਪੈ ਗਿਆ। ਖਾਣੇ ਦਾ ਵਕਤ ਹੋ ਗਿਆ। ਨਾ ਸਮਝ ਮੁੰਡਾ ਪਤਾ ਨਹੀਂ ਕਿੱਥੇ ਗੱਲੀਂ ਲੱਗ ਗਿਆ। ਦੁੱਧ ਲੈ ਕੇ ਆਇਆ ਹੀ ਨਹੀਂ। ਕਾਫੀ ਲੰਮੀ ਉਡੀਕ ਤੋਂ ਬਾਅਦ ਬੰਤਾ ਸਿੰਘ ਖੁਦ ਘਰੋਂ ਚੱਲ ਪਿਆ। ਪੁੱਛਦਿਆਂ ਲੱਭਦਿਆਂ ਪਤਾ ਲੱਗਾ ਕਿ ਕਾਕਾ ਤਾਂ ਹੱਡਾ ਰੋੜੀ ਲਾਗੇ ਬੈਠਾ ਹੋਇਆ ਹੈ। ਗੁੱਸੇ ਨਾਲ ਭਰਿਆ ਬੰਤਾ ਸਿੰਘ ਹੱਡਾ ਰੋੜੀ ਪੁੱਜ ਗਿਆ। ਪੁੱਤਰ ਦੇ ਨੇੜੇ ਜਾ ਕੇ ਗੁੱਸੇ ਨਾਲ ਆਖਣ ਲੱਗਾ, ਉਹ ਨਾ ਸਮਝ ਮੁੰਡੇ, ਘਰੋਂ ਉਡੀਕ ਹੋ ਰਹੀ ਹੈ ਤੇਰੀ, ਤੂੰ ਹੱਡਾ ਰੋੜੀ ਲਾਗੇ ਬੈਠਾ ਕੀ ਕਰਦਾ ਹੈ? ਪੁੱਤਰ ਆਖਣ ਲੱਗਾ, ਬਾਪੂ ਜੀ ਮੈਂ ਸਵੇਰ ਦਾ ਇੱਥੋਂ ਦੇ ਸੇਵਾਦਾਰਾਂ ਨੂੰ ਕਹਿ ਰਿਹਾ ਹਾਂ ਕਿ ਦੁੱਧ ਚੋ ਕੇ ਦੇ ਦਿਓ। ਲੰਘਣ ਵਾਲਿਆਂ ਨੂੰ ਪੁੱਛਦਾ ਰਿਹਾ ਹਾਂ ਕਿ ਇੱਥੋਂ ਦੁੱਧ ਮਿਲੇਗਾ। ਸਾਰੇ ਨਾ ਕਰਦੇ ਹਨ ਅਤੇ ਮੇਰੇ ਤੇ ਹੱਸਦੇ ਹਨ। ਤੁਸੀਂ ਵੀ ਇਹੀ ਕਹਿ ਰਹੇ ਹੋ ਕਿ ਹੱਡਾ ਰੋੜੀ ਲਾਗੇ ਕਿਉਂ ਬੈਠਾ ਹੈ? ਮਰੀਆਂ ਹੋਈਆਂ ਮੱਝਾਂ ਦੁੱਧ ਨਹੀਂ ਦੇ ਸਕਦੀਆਂ। ਪਰ ਬਾਪੂ ਜੀ ਕਿਰਪਾ ਕਰਕੇ ਦੱਸੋ, ਅਸੀਂ ਖੀਰ ਕਿਹਦੇ ਵਾਸਤੇ ਬਣਾਉਣੀ ਹੈ? ਮੇਰੇ ਦਾਦਾ ਜੀ ਵਾਸਤੇ ਨਾ। ਉਹਨਾਂ ਨੂੰ ਮਰਿਆਂ ਕਈ ਸਾਲ ਹੋ ਗਏ। ਫਿਰ ਸੋਚੋ ਕਿ ਮਰਿਆ ਇਨਸਾਨ ਅਗਰ ਖੀਰ ਖਾ ਸਕਦਾ ਹੈ ਤਾਂ ਮਰੀ ਹੋਈ ਮੱਝ ਦੁੱਧ ਕਿਉਂ ਨਹੀਂ ਦੇ ਸਕਦੀ? ਮੈਂ ਸਵੇਰ ਦਾ ਇਸੇ ਸਵਾਲ ਦਾ ਜਵਾਬ ਲੱਭ ਰਿਹਾ ਹਾਂ। ਤੁਸੀਂ ਜੇ ਦੱਸ ਸਕੋ ਤਾਂ ਮੈਨੂੰ ਦੱਸ ਦਿਓ। ਪਿਤਾ ਬੰਤਾ ਸਿੰਘ ਦੇ ਇਹ ਸਵਾਲ ਠਾਹ ਕਰਕੇ ਵੱਜਿਆ। ਉਹ ਕੁਝ ਦੇਰ ਸੋਚਦਾ ਰਿਹਾ, ਫਿਰ ਆਪਣੇ ਬੇਟੇ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ। ਦੋਵੇਂ ਖੁਸ਼ੀ ਵਿੱਚ ਖੀਵੇ ਹੁੰਦੇ ਸ਼ਬਦ ਗਾਉਂਦੇ ਘਰ ਨੂੰ ਆ ਰਹੇ ਸਨ। ਜੇ ਮੁਹਾਕਾ ਘਰ ਮੁਹੈ ਘਰ ਮੈਂ ਪਿਤਰੀ ਦੇ, ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ। ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ,
ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ। ਅਸਲ ਵਿੱਚ ਇਹ ਵਿਅੰਗ ਭਗਤ ਕਬੀਰ ਜੀ ਮਹਾਰਾਜ ਨਾਲ ਜੋੜਿਆ ਹੋਇਆ ਹੈ, ਜੋ ਕਿ ਠੀਕ ਨਹੀਂ ਸੀ। ਉਹਦਾ ਬੇਟਾ ਸੀ, ਕਿਹਾ ਜਾਂਦਾ ਹੈ ਕਮਾਲੂ, ਕਿ ਕਮਾਲੂ ਨੇ ਇਹ ਭਾਣਾ ਵਰਤਾਇਆ। ਪਰ ਭਗਤਾਂ ਨਾਲ, ਗੁਰੂ ਸਾਹਿਬਾਨਾਂ ਨਾਲ ਇਹੋ ਜਿਹੀਆਂ ਨਕਮੀਆਂ ਕਹਾਣੀਆਂ ਆਪਾਂ ਨਾ ਹੀ ਜੋੜੀਏ, ਕਿਉਂਕਿ ਕਬੀਰ ਜੀ ਆਪਣੇ ਬੇਟੇ ਨੂੰ ਸਰਾਧ ਪਾਉਣ ਵਾਸਤੇ ਕਿਉਂ ਭੇਜਣਗੇ? ਨਾ ਹੀ ਕੋਈ ਗੁਰੂ ਸਾਹਿਬ ਆਪਣੇ ਜੋ ਦੱਸੇ ਹੋਏ ਉਪਦੇਸ਼ ਨੇ ਉਹਨਾਂ ਤੋਂ ਉਲਟ ਕੰਮ ਕਰ ਸਕਦਾ ਹੈ। ਸੋ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਵੱਲ ਸਦਾ ਧਿਆਨ ਦੇਣ ਦੀ ਲੋੜ ਹੈ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ ਵਿਚਾਰ ਕਰੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਪਣਾ ਰਾਜ ਪੱਕੇ ਪੈਰੀਂ ਕਰ ਲਿਆ, ਇਸ ਤੋਂ ਉਪਰੰਤ ਉਸਨੇ ਪੱਛਮ ਵੱਲ ਫੌਜਾਂ ਦੀਆਂ ਵਾਗਾਂ ਮੋੜ ਦਿੱਤੀਆਂ। ਕੁਝ ਹੀ ਸਮੇਂ ਅੰਦਰ ਡੇਰਾ ਜਾਤ, ਗਾਜੀ ਖਾਨ ਅਤੇ ਮੁਲਤਾਨ ਤੇ ਜਾ ਕਬਜ਼ਾ ਕੀਤਾ। ਅੱਗੋਂ ਸਿਆਣੇ ਅਤੇ ਬਹਾਦਰ ਜਰਨੈਲ ਹਰੀ ਸਿੰਘ ਨਲਵੇ ਵਰਗੇ ਯੋਧਿਆਂ ਜਮਰੌਦ ਦੇ ਕਿਲੇ ਤੇ ਕੇਸਰੀ ਨਿਸ਼ਾਨ ਚਲਾ ਦਿੱਤਾ। ਜਮਰੌਦ ਦਾ ਸ਼ਕਤੀਸ਼ਾਲੀ ਕਿਲਾ ਅਫਗਾਨ ਹਕੂਮਤ ਤੋਂ ਖੋਹ ਲੈਣਾ ਸਿੰਘ ਸ਼ਕਤੀ ਦੇ ਪ੍ਰਦਰਸ਼ਨ ਦਾ ਸਿਖਰ ਸੀ। ਨਾਲ ਹੀ ਅਫਗਾਨਾਂ ਲਈ ਭਾਰੀ ਨਮੋਸ਼ੀ ਦਾ ਕਾਰਨ ਵੀ ਬਣ ਗਿਆ। ਜੋ ਇਲਾਕੇ ਸਿੰਘਾਂ ਨੇ ਅਫਗਾਨਾਂ ਤੋਂ ਖੋਹੇ ਸਨ, ਉਹਨਾਂ ਬਦਲੇ ਛੋਟੀਆਂ ਵੱਡੀਆਂ ਝੜਪਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਸਨ। ਮਸਲੇ ਨੂੰ ਸੁਲਝਾਉਣ ਵਾਸਤੇ ਦੋਵਾਂ ਧਿਰਾਂ ਵਿੱਚ ਗੱਲਬਾਤ ਵੀ ਚੱਲਦੀ ਰਹਿੰਦੀ ਸੀ। ਇੱਕ ਵਾਰੀ ਅਫਗਾਨੀ ਜਰਨੈਲਾਂ ਨੇ ਸਿੱਖਾਂ ਤੇ ਕਾਰੀ ਹਮਲਾ ਕਰਨ ਬਾਰੇ ਵਿਚਾਰ ਕੀਤੀ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਦਾ ਸਿਆਣਾ ਤੇ ਪੱਕਾ ਵਫਾਦਾਰ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁਦੀਨ ਅਫਗਾਨੀ ਹਾਕਮਾਂ ਨਾਲ ਗੱਲਬਾਤ ਕਰਨ ਵਾਸਤੇ ਆਪਣੇ ਸਾਥੀਆਂ ਸਮੇਤ ਕਾਬਲ ਪਹੁੰਚ ਗਿਆ। ਸਾਰੇ ਮੁਸਲਮਾਨ ਜਰਨੈਲ, ਵਜ਼ੀਰ ਤੇ ਖੁਦ ਬਾਦਸ਼ਾਹ ਬਹੁਤ ਹੈਰਾਨ ਹੋਇਆ ਕਿ ਇੱਕ ਮੁਸਲਮਾਨ ਕੇਸਰੀ ਨਿਸ਼ਾਨ ਫੜੀ ਨਿਡਰਤਾ ਸਹਿਤ ਸ਼ੇਰ ਦੇ ਘੁਰਨੇ ਤੱਕ ਪੁੱਜ ਗਿਆ। ਰਸਮੀ ਗੱਲਬਾਤ ਤੋਂ ਬਾਅਦ ਅਸਲ ਵਿਸ਼ੇ ਬਾਰੇ ਵਿਚਾਰ ਚੱਲਣੀ ਸੀ। ਫਕੀਰ ਜੀ ਨੇ ਨਿੱਤ ਦੇ ਕਲੇਸ਼ ਨੂੰ ਮੁਕਾਉਣ ਵਾਸਤੇ ਕਿਸੇ ਪੱਕੇ ਸਮਝੌਤੇ ਤੇ ਪੁੱਜਣ ਵਾਸਤੇ ਕਿਹਾ। ਅਫਗਾਨ ਹਾਕਮਾਂ ਨੇ ਗੱਲਬਾਤ ਕਰਨ ਦੀ ਬਜਾਏ ਸਗੋਂ ਫਕੀਰ ਜੀ ਨੂੰ ਬੇਇੱਜ਼ਤ ਕਰਨ ਦੀ ਠਾਣ ਲਈ। ਆਖਣ ਲੱਗੇ, ਫਕੀਰ ਸਾਹਿਬ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਕਾਫਰ ਸਿੱਖ ਦੀ ਨੌਕਰੀ ਕਰਦਿਆਂ ਕਿੰਨਾ ਨੁਕਸਾਨ ਇਸਨੇ ਮੁਸਲਮਾਨਾਂ ਦਾ ਕੀਤਾ ਹੈ। ਤੁਹਾਡੇ ਵਰਗੇ ਸਿਆਣੇ ਬੰਦੇ ਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਫਕੀਰ ਜੀ ਨੇ ਮੋੜਵਾਂ ਜਵਾਬ ਦਿੱਤਾ, ਤੁਸੀਂ ਜਿਸ ਨੂੰ ਕਾਫਰ ਕਹਿੰਦੇ ਹੋ ਉਹ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਖੁਦਾ ਪ੍ਰਸਤ ਹੈ। ਉਸ ਦੇ ਰਾਜ ਵਿੱਚ ਬੇਦੋਸ਼ੀਆਂ ਨੂੰ ਕਦੇ ਸਜ਼ਾ ਨਹੀਂ ਦਿੱਤੀ ਗਈ। ਸਾਰੇ ਧਰਮ ਸਥਾਨਾਂ ਦਾ, ਧਰਮੀ ਪੁਰਖਾਂ ਦਾ ਅਤੇ ਪਵਿੱਤਰ ਧਰਮ ਪੁਸਤਕਾਂ ਦਾ ਪੂਰਾ ਸਤਿਕਾਰ ਉਹਦੇ ਰਾਜ ਵਿੱਚ ਕੀਤਾ ਜਾਂਦਾ ਹੈ। ਕਦੀ ਨਮਾਜ਼ਾਂ ਵਿੱਚ ਰੁਕਾਵਟ ਨਹੀਂ ਪਾਈ। ਸਾਰੇ ਧਰਮ ਸਥਾਨਾਂ ਨੂੰ ਦਿਲ ਖੋਲ੍ਹ ਕੇ ਮਾਇਕ ਸਹਾਇਤਾ ਦਿੰਦਾ ਹੈ। ਮੈਨੂੰ ਅੱਜ ਤੱਕ ਕਦੀ ਨਹੀਂ ਕਿਹਾ ਕਿ ਇਸਲਾਮ ਨੂੰ ਛੱਡ ਕੇ ਸਿੱਖ ਧਰਮ ਧਾਰਨ ਕਰੋ। ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਪਾਕ ਕੁਰਾਨ ਦੇ ਮੁੱਢਲੇ ਪੰਨਿਆਂ ਵਿੱਚ ਹੀ ਅੰਕਿਤ ਹੈ ਕਿ ਇੱਕ ਸੱਚਾ ਮੁਸਲਮਾਨ ਆਪਣੇ ਮਾਲਕ ਦਾ ਨਿਮਕ ਹਲਾਲ ਕਰੇ, ਮਾਲਕ ਪ੍ਰਤੀ ਬੁਰੇ ਵਿਚਾਰ ਵੀ ਮਨ ਵਿੱਚ ਪੈਦਾ ਨਾ ਹੋਣ ਦੇਵੇ। ਇਸ ਤਰ੍ਹਾਂ ਮਹਾਰਾਜਾ ਸਾਹਿਬ ਦੀ ਨੌਕਰੀ ਕਰਕੇ ਮੈਂ ਕੋਈ ਗੁਨਾਹ ਨਹੀਂ ਕੀਤਾ। ਤੇ ਝਟਪਟ ਉੱਥੋਂ ਦਾ ਬਾਦਸ਼ਾਹ ਬੋਲ ਪਿਆ, ਫਕੀਰ ਸਾਹਿਬ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸਲਾਮਤ ਵਾਪਸ ਚਲੇ ਜਾਣਾ ਵੀ ਤੁਹਾਡੇ ਲਈ ਹੁਣ ਸੰਭਵ ਨਹੀਂ ਹੈ। ਤੁਹਾਡੀ ਜਰਾ ਕੁ ਗੁਸਤਾਖੀ ਸਾਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਕਰ ਸਕਦੀ ਹੈ। ਫਕੀਰ ਅਜ਼ੀਜ਼ੁਦੀਨ ਨੇ ਫਿਰ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਖਾਲੀ ਹੱਥ ਗੱਲਬਾਤ ਕਰਨ ਆਏ ਏਲਚੀ ਨਾਲ ਵਿਸ਼ਵਾਸਘਾਤ ਕਰਨਾ, ਡਰਾਉਣਾ ਤੇ ਬੇਇੱਜ਼ਤ ਕਰਨਾ, ਇਹ ਤੁਸੀਂ ਕਿਸ ਤਰ੍ਹਾਂ ਦੀ ਇਸਲਾਮ ਦੀ ਸੇਵਾ ਕਰ ਰਹੇ ਹੋ? ਅਜਿਹੇ ਪਾਪ ਕਰਮਾਂ ਨੇ ਪਹਿਲਾਂ ਹੀ ਇਸਲਾਮ ਨੂੰ ਬਹੁਤ ਬਦਨਾਮ ਕੀਤਾ ਹੈ ਮਹਾਰਾਜਾ ਸਾਹਿਬ, ਸੋਚੋ। ਤੇ ਬਾਦਸ਼ਾਹ ਦੇ ਜਰਨੈਲ ਨੇ ਆਪਣੀ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਲਿਆ। ਖਾਮੋਸ਼ ਫਕੀਰ ਅਜ਼ੀਜ਼ੁਦੀਨ, ਖਾਮੋਸ਼। ਹੋਰ ਗੁਸਤਾਖੀ ਭਰੇ ਬਚਨ ਮੂੰਹੋਂ ਨਾ ਕੱਢੀ, ਵਰਨਾ ਤੇਰਾ ਸਿਰ ਕਲਮ ਕਰਵਾ ਦਿੱਤਾ ਜਾਵੇਗਾ। ਫਕੀਰ ਜੀ ਨੇ ਫਿਰ ਉਸੇ ਤਰ੍ਹਾਂ ਠਰਮੇ ਨਾਲ ਆਖਣਾ ਸ਼ੁਰੂ ਕੀਤਾ, ਮਹਾਰਾਜ, ਮੇਰਾ ਸਿਰ ਕਲਮ ਕਰਨ ਨਾਲ ਖਾਲਸਾ ਰਾਜ ਖਤਮ ਨਹੀਂ ਹੋਣ ਲੱਗਾ। ਤੁਹਾਡੇ ਤੇ ਸਦਾ ਵਾਸਤੇ ਕਲੰਕ ਜ਼ਰੂਰ ਲੱਗ ਜਾਵੇਗਾ। ਇਹ ਵੀ ਯਾਦ ਰੱਖਣਾ, ਜਿਸ ਤਲਵਾਰ ਦਾ ਤੁਹਾਨੂੰ ਇਤਨਾ ਘੁਮੰਡ ਹੈ, ਇਹ ਮੈਦਾਨੇ ਜੰਗ ਵਿੱਚ ਚੱਲਣੀ ਚਾਹੀਦੀ ਸੀ। ਪਰ ਫਿਰ ਵੀ ਮੈਂ ਮੌਤ ਲਈ ਪੂਰੀ ਤਰ੍ਹਾਂ ਤਿਆਰ ਹਾਂ। ਕਰੋ ਵਾਰ, ਖੁਦਾ ਖੈਰ ਕਰੇ। ਮੇਰੀ ਮੌਤ ਨਾਲ ਨਹੀਂ, ਪਤਾ ਨਹੀਂ ਕਿੰਨੇ ਹੋਰ ਅਜਾਈ ਮੌਤੇ ਮਾਰੇ ਜਾਣਗੇ, ਤਬਾਹੀ ਮਚ ਜਾਵੇਗੀ। ਬਾਦਸ਼ਾਹ ਘਬਰਾ ਕੇ ਬੋਲਿਆ, ਕੀ ਮਤਲਬ ਹੈ ਤੇਰਾ?
ਮਹਾਰਾਜਾ ਸਾਹਿਬ, ਮਤਲਬ ਇਹ ਹੈ ਕਿ ਜਿਸ ਥਾਂ ਬੈਠੇ ਅਸੀਂ ਗੱਲਬਾਤ ਕਰ ਰਹੇ ਹਾਂ, ਚਾਰੇ ਬੰਨਿਓਂ ਖਾਲਸਾਈ ਫੌਜਾਂ ਇਸ ਜਗ੍ਹਾ ਤੱਕ ਪਹੁੰਚ ਚੁੱਕੀਆਂ ਹਨ। ਸਹੀ ਸਲਾਮਤ ਤੁਹਾਡੇ ਬਚ ਕੇ ਨਿਕਲ ਜਾਣ ਦਾ ਕੋਈ ਰਾਹ ਖੁੱਲ੍ਹਾ ਨਹੀਂ। ਮੇਰੇ ਨਾਲ ਆਇਆ ਸੂਈਆ ਉਹ ਸਾਹਮਣੇ ਥੋੜੀ ਦੂਰੀ ਤੇ ਇੱਕ ਦਰਖਤ ਦੇ ਉੱਤੇ ਬੈਠਾ ਸਾਰੀ ਨਕਲੋ ਹਰਕਤ ਨੋਟ ਕਰ ਰਿਹਾ ਹੈ। ਜਦੋਂ ਵੀ ਤੁਸੀਂ ਮੇਰੇ ਤੇ ਵਾਰ ਕੀਤਾ, ਉਸਨੇ ਤੁਰੰਤ ਪਿੱਛੋਂ ਤਿਆਰ ਖੜੀ ਹਥਿਆਰਬੰਦ ਖਾਲਸਾ ਫੌਜ ਨੂੰ ਇਸ਼ਾਰਾ ਕਰ ਦੇਣਾ ਹੈ। ਮੇਰੇ ਇੱਕ ਸਿਰ ਦੇ ਕਲਮ ਹੋਣ ਦਾ ਮੈਨੂੰ ਇੰਨਾ ਅਫਸੋਸ ਨਹੀਂ। ਹਜ਼ਾਰਾਂ ਨਿਰਦੋਸ਼ ਕਤਲ ਹੁੰਦੇ, ਖੂਨ ਵਿੱਚ ਤੜਪਦੇ ਮੈਨੂੰ ਸਾਫ਼ ਵਿਖਾਈ ਦੇ ਰਹੇ ਹਨ। ਸੋਚ ਲਓ ਮਹਾਰਾਜਾ ਸਾਹਿਬ, ਸੋਚ ਲਓ। ਅਜਿਹੀ ਹੈਰਤ ਅੰਗੇਜ਼ ਗੱਲ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੰਭਲੇ ਤੇ ਫਕੀਰ ਸਾਹਿਬ ਤੋਂ ਮਾਫੀ ਮੰਗੀ। ਮਾਨ ਸਨਮਾਨ ਨੂੰ ਕਾਇਮ ਰੱਖਦਿਆਂ ਗੱਲ ਅੱਗੇ ਚਲਾਉਣ ਲਈ ਰਜਾਮੰਦੀ ਜ਼ਾਹਰ ਕੀਤੀ। ਆਖੋ ਸਤਨਾਮ। ਇੱਕ ਵਾਰੀ ਕਾਬਲ ਦਰਬਾਰ ਵਿੱਚ ਬਾਦਸ਼ਾਹ ਆਪਣੇ ਭਰਾਵਾਂ, ਵਜ਼ੀਰਾਂ, ਸਲਾਹਕਾਰਾਂ ਨਾਲ ਬੈਠਾ ਸੀ। ਉਸਨੇ ਆਪਣੇ ਮਨ ਦੀ ਦਰਦ ਭਰੀ ਵੇਦਨਾ ਜ਼ਾਹਰ ਕੀਤੀ। ਕਮਬਖਤ ਸਿੱਖਾਂ ਨੇ ਜਮਰੌਦ ਦਾ ਕਿਲਾ ਸਾਤੋਂ ਖੋਹ ਲਿਆ ਹੈ। ਅਸੀਂ ਉਹ ਕਿਲਾ ਹਰ ਹਾਲਤ ਵਿੱਚ ਵਾਪਸ ਲੈਣਾ ਹੈ, ਨਹੀਂ ਤਾਂ ਸਾਡਾ ਜਿਉਣ ਦਾ ਕੋਈ ਹੱਜ ਬਾਕੀ ਰਹਿ ਗਿਆ। ਇਸ ਕਿਲੇ ਦੇ ਚਲੇ ਜਾਣ ਨਾਲ ਸਾਡੀ ਫੌਜ ਤਾਕਤ ਤਾਂ ਘਟੀ ਹੀ ਹੈ, ਲੇਕਿਨ ਸਾਡੀ ਇੱਜ਼ਤ ਵੀ ਮਿੱਟੀ ਵਿੱਚ ਮਿਲ ਗਈ ਹੈ। ਅਸੀਂ ਤਾਂ ਕਿਸੇ ਅੱਗੇ ਅੱਖ ਚੁੱਕ ਕੇ ਵੇਖਣ ਯੋਗੇ ਨਹੀਂ ਰਹੇ। ਮੇਰੇ ਸਿਆਣੇ ਵਜ਼ੀਰੋ, ਮੈਨੂੰ ਕੋਈ ਸੁੰਦਰ ਤਰਕੀਬ ਦੱਸੋ ਜਿਸ ਨਾਲ ਮੈਂ ਆਪਣਾ ਮਜ਼ਬੂਤ ਕਿਲਾ ਸਿੱਖਾਂ ਤੋਂ ਵਾਪਸ ਲੈ ਸਕਾਂ। ਇਸ ਸਭਾ ਵਿੱਚ ਸ਼ਾਹ ਦਾ ਇੱਕ ਅਤ ਨੇੜੇ ਦਾ ਸਾਥੀ ਅਤੇ ਫੌਜੀ ਜਰਨੈਲ ਵੀ ਹਾਜ਼ਰ ਸੀ, ਜਿਸ ਨੂੰ ਮੁੱਲਾ ਰਸੀਦ ਕਰਕੇ ਜਾਣਿਆ ਜਾਂਦਾ ਸੀ। ਇਹ ਮੁੱਲਾ ਜੀ ਬੜਾ ਹਸਮੁਖ ਤੇ ਮਨ ਚਲੇ ਸੁਭਾਅ ਦਾ ਮਾਲਕ ਸੀ। ਚੁਟਕੀ ਵਜਾ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਨੂੰ ਤਰਕੀਬ ਲੱਭ ਗਈ ਹੈ। ਕਿਲਾ ਵਾਪਸ ਲੈਣ ਦੀ ਯੁਕਤੀ ਮੈਨੂੰ ਮਿਲ ਗਈ ਹੈ। ਹਾਂ ਮੁੱਲਾ ਜੀ, ਛੇਤੀ ਦੱਸੋ, ਕੀ ਤਰਕੀਬ ਸੁੱਝੀ ਹੈ? ਇਹ ਕਿਲਾ ਵਾਪਸ ਅਵੱਸ਼ ਲੈਣਾ ਹੈ, ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ। ਮੁੱਲਾ ਜੀ ਬੋਲੇ, ਮੇਰੀ ਸਮਝ ਵਿੱਚ ਬਹੁਤ ਆਸਾਨ ਯੁਗਤਾਈ ਹੈ। ਦੇਰੀ ਬਿਲਕੁਲ ਨਾ ਕਰੋ। ਇਸ ਜਮਰੌਦ ਦੇ ਕਿਲੇ ਦੀਆਂ ਚਾਰੇ ਗੁੱਠਾਂ ਵਿੱਚ ਚੋਰੀ ਛੁਪੇ ਜਾ ਕੇ 4 ਮਜ਼ਬੂਤ ਕਿੱਲੇ ਗੱਡ ਦਿਓ। ਉਹਨਾਂ ਚੌਹਾਂ ਕਿੱਲਿਆਂ ਨੂੰ ਤਕੜੇ ਮੋਟੇ ਰੱਸਿਆਂ ਨਾਲ ਚੰਗੀ ਤਰ੍ਹਾਂ ਕੱਸ ਕੇ ਬੰਨ੍ਹ ਦਿਓ। ਫਿਰ ਉਹਨਾਂ ਚੌਹਾਂ ਰੱਸਿਆਂ ਦੇ ਦੂਜੇ ਸਿਰੇ ਬਾਦਸ਼ਾਹ ਸਲਾਮਤ ਆਪਣੇ ਅਤੇ ਆਪਣੇ ਭਰਾਵਾਂ ਦੇ ਲੱਕ ਨਾਲ ਬੰਨ੍ਹ ਲੈਣ। ਉਪਰੰਤ ਤੁਹਾਡੇ ਪਿੱਛੇ ਇੱਕ ਨਿਹੰਗ ਸਿੰਘ ਨੂੰ ਕਹਿ ਕੇ ਉੱਚੀ ਸਾਰੀ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਉਣ ਲਈ ਆਖ ਦਿੱਤਾ ਜਾਵੇ। ਬਸ ਫਿਰ ਕੀ ਹੈ, ਤੁਸੀਂ ਸਾਰੇ ਭਰਾ ਸਿੱਖਾਂ ਤੋਂ ਡਰਦੇ ਜਾਨ ਬਚਾਉਣ ਖਾਤਰ ਪੂਰੇ ਜ਼ੋਰ ਨਾਲ ਕਾਬਲ ਵੱਲ ਨੂੰ ਦੌੜੋਗੇ, ਜਿਵੇਂ ਕਿ ਤੁਸੀਂ ਅਨੇਕਾਂ ਵਾਰ ਸਿੱਖਾਂ ਕੋਲੋਂ ਹਾਰ ਕੇ ਦੌੜਦੇ ਰਹੇ ਹੋ। ਇਸ ਦਾ ਨਤੀਜਾ ਇਹ ਹੋਵੇਗਾ ਕਿ ਰੱਸਿਆਂ ਨਾਲ ਬੰਨ੍ਹਿਆ ਕਿਲਾ ਤੁਹਾਡੇ ਪਿੱਛੇ ਖਿੱਚੀਂਦਾ ਆ ਜਾਵੇਗਾ। ਇਸ ਤਰ੍ਹਾਂ ਇਹ ਕਿਲਾ ਕਾਬਲ ਜ਼ਰੂਰ ਪੁੱਜ ਜਾਵੇਗਾ। ਮਸਲਾ ਤੁਹਾਡਾ ਹੱਲ ਹੋਇਆ ਸਮਝੋ। ਦਰਬਾਰ ਵਿੱਚ ਬੈਠੇ ਸਾਰੇ ਅਹਿਲਕਾਰ ਮੁੱਲਾ ਜੀ ਦੀ ਇਸ ਕਰਾਰੀ ਚੋਟ ਨਾਲ ਬਹੁਤ ਸ਼ਰਮਿੰਦੇ ਹੋਏ। ਬਾਦਸ਼ਾਹ ਨੇ ਖਿੱਚ ਕੇ ਆਖਿਆ, ਮੁੱਲਾ ਜੀ, ਮਜ਼ਾਕ ਦਾ ਵਕਤ ਨਹੀਂ ਹੈ, ਛੇਤੀ ਜੰਗ ਦੀ ਤਿਆਰੀ ਕਰਾਓ। ਕੇਵਲ ਗੱਲਾਂ ਬਾਤਾਂ ਨਾਲ ਕੁਝ ਨਹੀਂ ਬਣਨਾ, ਬਹੁਤ ਹੋ ਗਈ ਗੱਪਬਾਜੀ। ਮੁੱਲਾ ਜੀ ਬੋਲੇ, ਵੈਸੇ ਤਾਂ ਜਨਾਬ ਮੈਂ ਜੰਗ ਦਾ ਵਿਚਾਰ ਸਦਾ ਵਾਸਤੇ ਆਪਣੇ ਮਨ ਵਿੱਚੋਂ ਤਿਆਗ ਦਿੱਤਾ ਹੈ, ਪਰ ਫਿਰ ਵੀ ਜੇ ਕਦੀ ਮਜਬੂਰੀ ਵਸ ਸਿੱਖਾਂ ਨਾਲ ਲੜਨਾ ਪੈ ਹੀ ਜਾਵੇ ਤਾਂ ਮੈਂ ਪਹਿਲਾਂ ਇਤਨਾ ਵੱਡਾ ਨੇਜਾ ਤਿਆਰ ਕਰਵਾਵਾਂਗਾ ਕਿ ਕੋਹ ਕਾਫ ਦੀਆਂ ਪਹਾੜੀਆਂ ਤੇ ਖਲੋ ਕੇ ਧੁਰ ਲਾਹੌਰ ਤੱਕ ਸਿੱਖਾਂ ਨੂੰ ਨਿਸ਼ਾਨਾ ਬਣਾ ਸਕਾਂ। ਮੈਦਾਨ ਵਿੱਚ ਆਮੋ ਸਾਹਮਣੇ ਸਿੱਖਾਂ ਨਾਲ ਲੜਨਾ ਦਾ ਫੁਰਨਾ ਵੀ ਮੈਂ ਆਪਣੇ ਮਨ ਵਿੱਚ ਨਹੀਂ ਲਿਆ ਸਕਦਾ। ਇਹ ਗੱਲਾਂ ਕਰਦਿਆਂ ਮੁੱਲਾ ਰਸ਼ੀਦ ਨੇ ਬੜੇ ਪਿਆਰ ਭਰੇ ਅੰਦਾਜ਼ ਨਾਲ ਆਪਣੇ ਪੈਰਾਂ ਦਾ ਬੋਸਾ ਲਿਆ, ਆਪਣੇ ਪੈਰ ਝੁੰਮੇ। ਸਾਰਿਆਂ ਨੇ ਪੁੱਛਿਆ, ਮੁੱਲਾ ਜੀ ਇਹ ਕੀ ਕਰ ਰਹੇ ਹੋ? ਮੁੱਲਾ ਜੀ ਆਖਣ ਲੱਗੇ, ਜੀ ਆਪਣੇ ਪਿਆਰੇ ਪਵਿੱਤਰ ਤੇ ਤੇਜ਼ ਤਰਾਰ ਕਦਮਾਂ ਨੂੰ ਪਿਆਰ ਨਾਲ ਨਮਸਕਾਰ ਕਰ ਰਿਹਾ ਹਾਂ, ਕਿਉਂਕਿ ਇਹਨਾਂ ਦੀ ਬਦੌਲਤ ਹੀ ਮੈਂ ਸਿੰਘਾਂ ਨਾਲ ਲੜਦਿਆਂ ਦੌੜ ਕੇ ਜਾਨ ਬਚਾਈ ਸੀ, ਨਹੀਂ ਤਾਂ ਮੈਂ ਵੀ ਉੱਥੇ ਹੀ ਸਾਥੀਆਂ ਸਮੇਤ ਕੁਤਰਿਆ ਜਾਣਾ ਸੀ। ਬੜੇ ਤੇਜ਼ ਦੌੜੇ ਸਨ ਉਸ ਦਿਨ ਇਹ ਮੇਰੇ ਪਿਆਰੇ ਪੈਰ, ਇਸ ਕਰਕੇ ਮੈਂ ਤਾਂ ਸਵੇਰੇ ਉੱਠਣ ਸਾਰ ਆਪਣੇ ਹੀ ਪੈਰਾਂ ਨੂੰ ਰੋਜ਼ਾਨਾ ਮੱਥਾ ਟੇਕਦਾ ਹਾਂ। ਆਖੋ ਸਤਨਾਮ।